ਸ੍ਰੀ ਵਾਹਿਗੁਰੂ ਸਾਹਿਬ ਜੀ। ਕੋਈ ਜਾਣੇ ਕਮਨ ਕਿਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾਂ ਕੀ ਨਿਰਮਲ ਰੀਤ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਬੰਤਾ ਸੁਤ ਬੰਧਕ, ਹਰ ਖੁਨ ਗ੍ਰਹਿ ਕੀ ਨਾਰ। ਸੋ ਹੋਟਲ ਗੁਰ ਸੇਵੀਐ, ਐਨ ਸਹਿ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਜਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਨੌਵਾਂ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ, ਪ੍ਰੀਤਮ ਜਾਨ ਲਿਹੋ ਮਨ ਮਾਹੀ। ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ ਰਹਾਉ। ਸੁਖ ਮੈਂ ਆਨ ਬਹੁਤ ਮਿਲ ਬੈਠਤ, रहत चहु दिस घेरै। विपत परे सब ही संग छाडत, को न आवत निरै। घर की नार बहुत हित जासो, सदा रहत संग लगे। जब ही हंस तजिए काया, प्रीत प्रीत कर भागी। एह विद को व्यवहार बन्यो है, जासो निहो लगायो। अंत बार नानक बिन हर जी, को काम न आयो। ए विद को व्यवहार बन्यो है, जासो निहो लगायो। अंत बार नानक बिन हर जी, को काम न आयो। वाहिगुरू जी का खालसा, वाहिगुरू जी की फतेह। प्यारे ये जो मुबारक बचन आप जी ने सरवण किए हैं, सचखंड श्री हरमंदिर साहिब तो अज का जो पावन पवित्र हुक्मनामा, ये जो शब्द है धन गुरु तेग बहादुर महाराज जी का उच्चारण किया होया 634 अंग ते शोभायमान है। धन गुरु तेग बहादुर महाराज जी जो इस दे विच उपदेश बख्शिश कर रहे हैं, ये शब्द सोठ राग दे विच उच्चारण किया मेरे सतगुरां ने। सोठ महला नौवां। प्यारे जगत दे विच सतगुरु कहते हैं, यह जग मीत ना देखियो कोई। इस जगत दे विच मित्र है ही कोई नहीं। ये जग मीत न देखियो कोई, सगल जगत अपने सुख लागे। दुख में संग न हो। सारा संसार ही प्यारो अपने सुखों की करके तुहाडे नाल जुड़ी हुई है। जदों दुख का समा आना, किसी भी संगी साथी नहीं बनना। इस जगत के विच कोई भी मित्र नहीं। मित्र जिहड़ा है उसनूं असीं मित्र अपना बनाया नहीं। मित्र किहड़ा? परमेश्वर का नाम। सच्चा मित्र कोई है
ਜਿਸ ਨੇ ਸਾਡਾ ਇਸ ਲੋਕ ਦੇ ਵਿੱਚ ਵੀ ਸਾਥ ਦੇਣਾ ਤੇ ਪਰਲੋਕ ਦੇ ਵਿੱਚ ਵੀ ਸਾਥ ਦੇਣਾ ਹੈ। ਬਾਕੀ ਸਾਰੇ ਰਿਸ਼ਤੇ ਨਾਤੇ ਜਿਤਨੇ ਨੇ ਇਹ ਸਾਰੇ ਪਿਆਰੇ ਝੂਠੇ ਨੇ। ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ ਰਹਾਓ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਤਨ ਸਿਉ ਲਾਗੇ। ਦਾਰਾ ਘਰ ਵਾਲੀ ਇਸਤਰੀ, ਮੀਤ ਮਿੱਤਰ ਜਿਤਨੇ ਨੇ, ਪੁੱਤਰ ਸੰਬੰਧੀ ਜਿਤਨੇ ਵੀ ਸਾਖ ਸੰਬੰਧੀ ਨੇ, ਸਗਰੇ ਧਨ ਸਿਉ ਲਾਗੇ। ਇਹ ਕਹਿੰਦੇ ਜੁੜੇ ਕਿਵੇਂ ਨੇ? ਇਹ ਧਨ ਦੇ ਨਾਲ ਹੀ ਜੁੜੇ ਹੋਏ ਨੇ, ਧਨ ਦੇ ਕਰਕੇ ਜੁੜੇ ਹੋਏ ਨੇ ਤੁਹਾਡੇ ਨਾਲ। ਜਿਤਨੀ ਦੇਰ ਤੱਕ ਤੁਹਾਡੇ ਕੋਲ ਧਨ ਦੌਲਤ ਹੈ, ਚਾਰ ਕੌਡੀਆਂ ਨੇ, ਇਹ ਤੁਹਾਡੇ ਸਾਰੇ ਹੀ ਸਾਥੀ ਨੇ। ਤੇ ਜਦੋਂ ਤੁਹਾਡੇ ਕੋਲ ਕੋਈ ਪੈਸਾ ਧੇਲਾ ਨਹੀਂ ਹੋਵੇਗਾ ਪਿਆਰਿਓ, ਸਾਰਿਆਂ ਨੇ ਸੰਗ ਛੱਡ ਜਾਣਾ। ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਤਨ ਦੇਖਿਓ ਨਰ ਕੋ, ਸੰਗ ਛਾੜ ਸਭ ਭਾਗੇ। ਤੇ ਜਦੋਂ ਵੇਖਿਆ ਇਹਦੇ ਕੋਲ ਕੰਗਾਲ ਦੇ ਕੀ ਆ, ਇਹਦੇ ਕੋਲ ਤੇ ਹੈ ਹੀ ਕੁਛ ਨਹੀਂ। ਜਦ ਹੀ ਨਿਰਤਨ ਦੇਖਿਓ ਨਰ ਕੋ, ਜਦੋਂ ਵੇਖਿਆ ਕਿ ਇਹਦੇ ਕੋਲ ਕੋਈ ਕੌਡੀ ਨਹੀਂ ਆ, ਕੋਈ ਪੈਸਾ ਧੇਲਾ ਨਹੀਂ ਆ, ਸੰਗ ਛਾੜ ਸਭ ਭਾਗੇ। ਕਹਿੰਦੇ ਸਾਰੇ ਹੀ ਸੰਗ ਸਾਥ ਛੱਡ ਕੇ ਭੱਜ ਜਾਂਦੇ ਨੇ, ਚਲਿਆ ਜਾਂਦੇ ਨੇ, ਕੋਈ ਨੇੜੇ ਨਹੀਂ ਲੱਗਦਾ। ਕਹੋ ਕਹਾਂ ਮਨ ਬਾਵਰੇ ਕੋ, ਇਨ ਸੋ ਨਿਹੁ ਲਗਾਇਓ। ਕਹਿੰਦੀ ਇਸ ਬਾਵਰੀ ਮਨ ਨੂੰ ਮੈਂ ਕਿਵੇਂ ਸਮਝਾਵਾਂ, ਇਸ ਬਾਵਰੀ ਮਨ ਨੂੰ ਕਿਵੇਂ ਸਮਝਾਵਾਂ ਕਿ ਇਹਨਾਂ ਦੇ ਨਾਲ ਹੀ ਤੂੰ ਪਿਆਰ ਪਾਈ ਬੈਠਾ ਹੈ, ਜਿਹੜੇ ਜਗਤ ਦੇ ਵਿੱਚ ਤੇਰੀ ਕੋਈ ਵੀ ਸਾਥੀ ਨਹੀਂ ਹੈ, ਇਹਨਾਂ ਦੇ ਨਾਲ ਇਤਨਾ ਤੂੰ ਨਿਹੁ ਲਗਾਇਆ ਹੋਇਆ। ਦੀਨਾ ਨਾਥ ਸਕਲ ਪੈ ਪੰਜਨ, ਜਸ ਤਾਂ ਕੋ ਬਿਸਰਾਇਓ। ਜਿਹੜਾ ਦੀਨਾਂ ਤੇ ਦਇਆ ਕਰਦਾ ਪਿਆਰੋ, ਗਰੀਬਾਂ ਤੇ ਦਇਆ ਕਰਦਾ ਵਾਹਿਗੁਰੂ, ਜਿਹੜਾ ਗਰੀਬਾਂ ਦਾ ਵਾਹਿਗੁਰੂ ਹੈ, ਸਾਰਿਆਂ ਦਾ ਹੀ ਹੈ। ਸਗਲ ਭੈ ਭੰਜਨ, ਜਿਹੜੀ ਸਾਰੀ ਡਰ ਦੂਰ ਕਰ ਸਕਦਾ ਹੈ। ਜਸ ਤਾਂ ਕੋ ਬਿਸਰਾਇਓ, ਕਹਿੰਦੀ ਉਹਦਾ ਜਸ, ਉਹਦਾ ਸਿਮਰਨ ਕਰਨਾ ਤੂੰ ਬਿਲਕੁਲ ਹੀ ਵਿਸਾਰ ਦਿੱਤਾ। ਦੀਨਾ ਨਾਥ ਸਗਲ ਭੈ ਭੰਜਨ, ਜਸ ਤਾਂ ਕੋ ਬਿਸਰਾਇਓ, ਕਹਿੰਦੀ ਬਿਲਕੁਲ ਹੀ ਉਸਨੂੰ ਤੂੰ ਛੱਡ ਦਿੱਤਾ। ਹੋਇਆ ਕਿ ਜੋ ਸਤਿਗੁਰੂ ਦੀ ਕਹਿ ਰਹੇ ਨੇ, ਜਗਤ ਦੇ ਵਿੱਚ ਅਟਲ ਸੱਚਾਈ ਹੈ। ਇਹ ਮਨ ਜਿਹੜਾ ਹੈ ਇਹ ਸੁਧਰਦਾ ਕੋਈ ਨਹੀਂ। ਮਨ ਦੇ ਬਾਰੇ ਸਤਿਗੁਰੂ ਜੀ ਕਹਿ ਰਹੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਵਾਨ ਪੂਛ ਜੋ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਇੱਥੇ ਪਿਆਰਿਓ ਇੱਕੋ ਕੈਸੇ ਸਤਿਗੁਰਾਂ ਨੇ ਵਰਤੇ ਨੇ। ਜੇ ਤੇ ਕੋਈ ਆਮ ਆਦਮੀ ਕਹਿੰਦਾ ਤੇ ਲੋਕਾਂ ਨੇ ਬਹੁਤ ਇਸ ਗੱਲ ਦਾ ਕਹਿਣਾ ਸੀ ਕਿ ਕੈਸੇ ਬਚਨ, ਪਰ ਇਹ ਸਤਿਗੁਰੂ ਕਹਿ ਰਹੇ ਨੇ। ਸਵਾਨ ਕਹਿੰਦੇ ਕੁੱਤੇ ਨੂੰ, ਕਹਿੰਦੇ ਕੁੱਤੇ ਦੀ ਪੂਛਲ ਕਦੇ ਸਿੱਧੀ ਨਹੀਂ ਹੁੰਦੀ। ਕਿਸੇ ਨੇ ਕਿਹਾ ਕਿ ਮੈਂ ਇਸ ਨੂੰ ਸਿੱਧੀ ਕਰਨ ਦਾ ਯਤਨ ਕਰਾਂਗਾ, ਉਸਨੇ 12 ਸਾਲ ਕਹਿੰਦੇ ਨਰਕੀ ਦੇ ਵਿੱਚ ਕੁੱਤੇ ਦੀ ਪੂਛਲ ਨੂੰ ਪਾ ਛੱਡਿਆ, ਪਰ ਸਿੱਧੀ ਹੋਈ ਕੋਈ। ਉਹ ਫਿਰ ਟੇਢੀ ਦੀ ਟੇਢੀ ਰਹੀ ਪਿਆਰਿਓ। ਇਸੇ ਤਰ੍ਹਾਂ ਹੀ ਇਹ ਮਨ ਹੈ, ਇਹ ਮਨ ਸਿੱਧਾ ਨਹੀਂ ਹੁੰਦਾ, ਇਹ ਮਨ ਗੁਰੂ ਵਾਲੇ ਪਾਸੇ ਨਹੀਂ ਲੱਗਦਾ, ਉਲਟੀ ਪਾਸੇ ਨੂੰ ਜਾਂਦਾ ਹੈ। ਉਲਟੀ ਪਾਸੇ ਨੂੰ ਜ਼ਿਆਦਾ ਪ੍ਰੇਰਿਤ ਹੁੰਦਾ ਹੈ, ਸਿੱਧੇ ਪਾਸੇ ਨੂੰ ਬਹੁਤ ਘੱਟ ਲੱਗਦਾ। ਸਵਾਂਸ ਪੂਛ ਜੋ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਤੋ। ਕਹਿੰਦੇ ਬੜੇ ਯਤਨ ਕੀਤੇ, ਪਰ ਕਹਿੰਦੇ ਇਹ ਕੁੱਤੇ ਦੀ ਪੂਛਲ ਵਾਂਗ ਉਸੇ ਤਰ੍ਹਾਂ ਹੀ ਫਿਰ ਟੇਢੇ ਦਾ ਟੇਢਾ ਚੱਲ ਕੇ ਪਤ ਟੇਢਾ ਹੀ ਚੱਲਦਾ ਹੈ। ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਲੋ। ਵਾਹਿਗੁਰੂ ਜੀ, ਮੈਂ ਤੇ ਤੁਹਾਡਾ ਨਾਮ ਜਪਦਾ, ਲਾਜ ਤੁਹਾਡੇ ਹੱਥ ਹੈ। ਪ੍ਰਭ ਜੋ ਤੋ ਕੇ ਲਾਜ ਹਮਾਰੀ। ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ, ਵਾਹਿਗੁਰੂ ਜੀ ਬਖਸ਼ਿਸ਼ ਕਰੋ। ਕਰਨਾ ਕੀ ਹੈ? ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਰਹਿਣਾ ਹੈ। ਰੇ ਨਰ ਇਹ ਸਾਚੀ ਜੇ ਧਾਰ, ਕਹਿੰਦੇ ਇਹ ਗੱਲ ਮਨ ਦੇ ਵਿੱਚ ਪੱਕੀ ਕਰ ਲੈ, ਇਹ ਗੱਲ ਨੂੰ ਦ੍ਰਿੜ ਕਰ ਲੈ ਮਨ ਦੇ ਵਿੱਚ ਕਿ ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰੂ। ਇਹ ਜਗਤ ਦੇ ਵਿੱਚ ਕਹਿੰਦੀ ਜੋ ਕੁਝ ਤੂੰ ਵੇਖ ਰਿਹਾ ਇਹ ਸਾਰਾ ਸੁਪਨਾ ਹੀ ਹੈ। ਇਹ ਸਾਡਾ ਅੱਖਾਂ ਖੁੱਲੀਆਂ ਦਾ ਸੁਪਨਾ ਹੈ। ਇੱਕ ਅਸੀਂ ਰਾਤ ਟਾਈਮ ਸੁਪਨਾ ਵੇਖਦੇ ਹਾਂ ਤੇ ਇੱਕ ਹੈ ਸਾਡਾ ਇਹ ਅੱਖਾਂ ਖੁੱਲੀਆਂ ਦਾ ਸੁਪਨਾ।
ਜਦੋਂ ਅਸੀਂ ਸੁਣਦੇ ਹਾਂ ਪਿਆਰੂ ਕੋਈ ਇੱਕ ਛੋਟੀ ਨੀਂਦਰ ਹੁੰਦੀ ਹੈ, ਉਹ ਛੋਟੀ ਮੌਤ ਹੋਇਆ ਕਰਦੀ ਹੈ। ਇੱਕ ਉਹ ਮੌਤ ਹੈ ਜਦੋਂ ਮਨੁੱਖ ਸਦੀਵ ਕਾਲ ਵਾਸਤੇ ਚਲਿਆ ਜਾਂਦਾ, ਤੇ ਜਦੋਂ ਮਨੁੱਖ ਸੌਂਦਾ ਹੈ ਉਦੋਂ ਜਦੋਂ ਸੁਪਨਾ ਵੇਖਦਾ, ਉਸੇ ਤਰ੍ਹਾਂ ਹੀ ਇਹ ਸੰਸਾਰ ਵੀ ਜਿਹੜਾ ਹੈ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਬਾਰ। ਕਹਿੰਦੀ ਪਤਾ ਕੋਈ ਨਹੀਂ ਲੱਗਣਾ ਕਦੋਂ ਕਹਿੰਦੀ ਤੂੰ ਇਸ ਜਗਤ ਦੇ ਲੰਦੇ ਛੱਡ ਕੇ ਚਲਿਆ ਜਾਣਾ। ਰਹਾਉ ਬਾਰੂ ਭੀਤ ਬਨਾਈ ਰਜਪਟ ਰਹਿਤ ਨਹੀਂ ਦਿਨ ਚਾਰ। ਜੇ ਕੋਈ ਇਹ ਕਹੇ ਕਿ ਮੈਂ ਰੇਤੇ ਦੇ ਨਾਲ ਦੀਵਾਰ, ਬਾਲੂ ਕਹਿੰਦੇ ਰੇਤ ਨੂੰ, ਬਾਲੂ ਕਹਿੰਦੇ ਰੇਤ ਨੂੰ, ਕਹਿੰਦੇ ਜੇ ਰੇਤ ਦੇ ਨਾਲ ਦੀਵਾਰ ਕੋਈ ਬਣਾਵੇਗਾ ਉਹ ਬਹੁਤਾ ਸਮਾਂ ਟਿਕ ਨਹੀਂ ਸਕਦੀ, ਸੀਮਟ ਲਗਾਇਆ ਹੋਏਗਾ ਤੇ ਫੇਰ ਹੀ ਰੇਤ ਦੀ ਪਿਆਰੀ ਦੀਵਾਰ ਟਿਕੇਗੀ। ਰਹਿਤ ਨਹੀਂ ਦਿਨ ਚਾਰ। ਇਸੇ ਤਰ੍ਹਾਂ ਕਹਿੰਦੇ ਝੂਠੇ ਅਸੀਂ ਮਨ ਨੂੰ ਪ੍ਰਵਾਸੀ ਦੇਈ ਬੈਠੇ ਹਾਂ। ਇਹ ਜਗਤ ਸੱਚਾ ਨਹੀਂ ਹੈ, ਇਹ ਝੂਠਾ ਹੈ। ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਕਹਿੰਦੀ ਇਹ ਜਿਹੜੀ ਮਾਇਆ ਦੀ ਸੁਖ ਨੇ ਇਹਨਾਂ ਦੇ ਵਿੱਚ ਤੂੰ ਫਸਿਆ ਤੇ ਬਹੁਤ ਹੋਇਆ। ਕਹਿੰਦੀ ਉਸੇ ਤਰ੍ਹਾਂ ਹੀ ਨੇ ਇਹ ਝੂਠੇ ਸਾਰੇ, ਉਰਜੋ ਕਹਾਂ ਗਵਾਰ, ਇਹਨਾਂ ਦੇ ਵਿੱਚ ਕਿਉਂ ਫਸਿਆ ਪਿਆ ਹੈ। ਅਜੂ ਸਮਝ ਕਛ ਬਿਗੜਿਓ ਨਾਹਨ ਭਜਲੇ ਨਾਮ ਮੁਰਾਰ। ਕਹਿੰਦੇ ਹਾਲੀ ਵੀ ਕੁਝ ਨਹੀਂ ਵਿਗੜਿਆ। ਕਈ ਵਾਰੀ ਅਸੀਂ ਕਹਿ ਦਿੰਦੇ ਆ ਨਾ ਕਿ ਬਾਲਪਨ ਲੰਘ ਗਿਆ, ਜਵਾਨੀ ਆ ਗਈ, ਜਵਾਨੀ ਆ ਗਈ। ਜਵਾਨੀ ਦੇ ਵਿੱਚ ਜੇ ਨਹੀਂ ਜਪ ਸਕੀ ਤੇ ਬਜ਼ੁਰਗੀ ਦੇ ਵਿੱਚ ਜਪ ਲੈ। ਸਤਿਗੁਰੂ ਕਹਿੰਦੇ ਹਾਲੀ ਵੀ ਤੇਰੇ ਕੋਲ ਸਮਾਂ ਹੈਗਾ, ਹਾਲੀ ਵੀ ਜਿਤਨੀ ਦੇਰ ਤੱਕ ਤੇਰੇ ਸਰੀਰ ਦੇ ਵਿੱਚ ਸਵਾਸ ਨੇ ਉਤਨੀ ਦੇਰ ਤੱਕ ਆਸਥਾ ਰੱਖ ਉਸ ਪਰਮੇਸ਼ਰ ਦੇ ਨਾਲ ਜੁੜ ਕੇ ਰਹੋ। ਹਾਲੀ ਵੀ ਕਹਿੰਦੇ ਸਮਝ ਜਾ। ਹਾਜੀ ਆਮ ਲੋਕੀ ਗੱਲ ਇਹ ਆਖਿਆ ਕਰਦੇ ਨੇ ਕਿ ਡਿੱਗਿਆਂ ਪੇਰਿਆਂ ਦਾ ਕੁਛ ਨਹੀਂ ਵਿਗੜਦਾ। ਕਹਿੰਦੇ ਕੋਈ ਗੱਲ ਨਹੀਂ, ਜੇ ਵਡੇਪਾ ਆ ਗਿਆ ਹੁਣ ਵੀ ਸਮਝਦਾ। ਅੱਜ ਕੋਈ ਸਮਝ ਕਛ ਬਿਗੜਿਓ ਨਾ, ਹਾਲੀ ਵੀ ਕੁਝ ਨਹੀਂ ਉਹ ਵਿਗੜਿਆ। ਭਜ ਲੈ ਨਾਮ ਮੁਰਾਰ, ਉਸ ਮੁਰਾਰ ਦਾ ਮੁਰ ਰਾਖਸ਼ਾਂ ਦਾ ਨਾਸ ਕਰਨ ਵਾਲਾ ਪਰਮੇਸ਼ਰ ਨੂੰ ਜਪ ਲੈ, ਉਸ ਦਾ ਚਿੰਤਨ ਕਰ ਲੈ। ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰੂ। ਕਹਿੰਦੀ ਇਹ ਗੱਲ ਪੁਕਾਰ ਪੁਕਾਰ ਕੇ ਤੈਨੂੰ ਆਖੀ ਜਾ ਰਹੀ ਹੈ ਕਿ ਉਸ ਮਾਲਕ ਦਾ ਚਿੰਤਨ ਕਰ ਲੈ, ਉਸ ਮਾਲਕ ਦਾ ਸਿਮਰਨ ਕਰ ਲੈ। ਤੇ ਸਤਿਗੁਰੂ ਬਖਸ਼ਿਸ਼ ਕਰ ਰਹੀ ਸਾਨੂੰ ਉਸ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ। ਜਗਤ ਦੇ ਵਿੱਚ ਦੱਸ ਰਹੇ ਨੇ ਜੋ ਕੁਝ ਵੀ ਹੈ ਇਹ ਸਾਰਾ ਕੁਝ ਝੂਠ ਹੈ, ਇਹ ਝੂਠ ਦਾ ਬਲੰਦਾ ਬਣਿਆ ਹੋਇਆ, ਪਰ ਸਾਨੂੰ ਸੱਚ ਦਿਖਾਈ ਦੇ ਰਿਹਾ। ਪਿਆਰਿਓ ਅਸੀਂ ਇਵੇਂ ਫਸਦੇ ਜਾ ਰਹੇ ਹਾਂ ਜਿਵੇਂ ਮੱਕੜੀ ਆਪਣਾ ਜਾਲ ਬਣਾ ਕੇ ਆਪੇ ਹੀ ਫਸ ਜਾਂਦੀ ਹੈ। ਤੇ ਅਸੀਂ ਵੀ ਇਤਨੇ ਖਿਲਾਰੇ ਖਿਲਾਰ ਰਹੇ ਨੇ, ਉਹਨਾਂ ਦੇ ਵਿੱਚ ਅਸੀਂ ਇਤਨੇ ਫਸੇ ਹੋਏ ਹਾਂ ਕਿ ਉਹਨਾਂ ਦੇ ਵਿੱਚੋਂ ਨਿਕਲਣਾ ਸਾਡੇ ਵਾਸਤੇ ਹੁਣ ਬਹੁਤ ਮੁਸ਼ਕਲ ਹੋਇਆ ਪਿਆ। ਖਿਲਾਰੇ ਅਸੀਂ ਆਪ ਹੀ ਖਿਲਾਰ ਲਏ, ਅਸੀਂ ਮੱਕੜੀ ਦਾ ਜਾਲ ਆਪ ਹੀ ਇਤਨਾ ਵੱਡਾ ਬਣਾ ਲਿਆ ਕਿ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਸੋਰਠ ਮਹੱਲਾ ਨੌਵਾਂ, ਨੌਵੇਂ ਨਾਨਕ ਸੋਰਠ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਪ੍ਰੀਤਮ ਜਾਣ ਲਿਓ ਮਨ ਮਾਹੀ। ਐ ਮਿੱਤਰ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੀ ਇਹ ਮਨ ਪੱਕੀ ਕਰ ਲੈ, ਮਨ ਦੇ ਵਿੱਚ ਇਹ ਗੱਲ ਪੱਕੀ ਕਰ ਲੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਦ੍ਰਿੜ ਕਰ ਲੈ ਇਹ ਗੱਲ ਆਪਣੇ ਮਨ ਦੇ ਵਿੱਚ। ਆਪਣੇ ਸੁਖ ਸੋਹੀ ਜਗ ਪਾਂਦਿਓ ਕੋ ਕਾਹੂ ਕੋ ਨਾਹੀ। ਇਹ ਰਹਾਉ ਦੇ ਬੰਦ ਹਨ ਪਿਆਰੇ। ਕਹਿੰਦੇ ਸਾਰੇ ਜਗਤ ਦੇ ਵਿੱਚ ਆਪਣੇ ਸੁੱਖਾਂ ਦੀ ਕਰਕੇ ਤੇਰੇ ਨਾਲ ਜੁੜੇ ਹੋਏ ਨੇ, ਦੁੱਖ ਦੇ ਵਿੱਚ ਕੋਈ ਸਾਥੀ ਨਹੀਂ ਤੇਰਾ ਹੋਊਗਾ। ਪਿਆਰੀ ਕੋਈ ਸਾਧੂ ਦੀ ਕੋਲ ਇੱਕ ਜਾਇਆ ਕਰਦਾ ਸੀ ਜਗਿਆਸੂ, ਤੇ ਉਸ ਨੂੰ ਮਹਾਂਪੁਰਸ਼ਾਂ ਨੇ ਇਹ ਆਖਿਆ ਕਰਨਾ ਕਿ ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਜ਼ਿਆਦਾ ਸਮਾਂ ਦਿਆ ਕਰ। ਆਹ ਜਿਹੜੀ ਤੂੰ ਕਹਿੰਦੇ ਮੋਹ ਦੇ ਵਿੱਚ ਫਸਿਆ ਹੋਇਆ, ਜਿਹੜੇ ਜਾਲ ਦੇ ਵਿੱਚ ਤੂੰ ਫਸਿਆ ਹੋਇਆ, ਇਹਦੇ ਵਿੱਚੋਂ ਨਿਕਲਣਾ ਬੜਾ ਔਖਾ। ਤੇ ਉਸ ਨੂੰ ਮਹਾਂਪੁਰਸ਼ਾਂ ਨੂੰ ਇਹ ਆਖਿਆ ਕਰਨਾ, ਮਹਾਂਪੁਰਸ਼ੋ ਹੁਣ ਮੇਰਾ ਜਿਹੜੇ ਧੀਆਂ ਪੁੱਤਰ ਨੇ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ, ਮੇਰੀ ਘਰਵਾਲੀ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ, ਮੇਰੇ ਮਾਤਾ ਪਿਤਾ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ, ਇਹ ਦੁਨੀਆ ਵਾਂਗ ਨਹੀਂ ਆ। ਕਹਿੰਦੇ ਸਾਰੇ ਲੋਕ ਇਹੋ ਹੀ ਗੱਲ ਆਖਦੇ ਨੇ
ਹਰ ਇੱਕ ਇਹੀਓ ਗੱਲ ਕਹਿੰਦਾ ਕਿ ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਮਾਂ ਪਿਓ ਕਹਿੰਦੇ ਮੇਰੇ ਨਾਲ ਬਹੁਤ ਨਹੀਂ ਉਹ ਕਰਦੇ ਨੇ, ਸਾਰਾ ਜਗਤ ਹੀ ਕਹਿੰਦੇ ਇਹੀਓ ਹੀ ਗੱਲ ਆਖਦਾ, ਕੋਈ ਨਹੀਂ ਇਹ ਗੱਲ ਆਖਦਾ, ਕਿਉਂਕਿ ਅਸੀਂ ਮਾਇਆ ਦੇ ਜਾਲ ਦੇ ਵਿੱਚ ਸਾਰੇ ਫਸੇ ਹੋਏ ਹਾਂ। ਤੇ ਬੇਟਾ ਤੂੰ ਪਰਮੇਸ਼ਰ ਦਾ ਨਾਮ ਜਪ ਲਿਆ ਕਰ, ਜ਼ਿਆਦਾ ਧਿਆਨ ਪਰਮੇਸ਼ਰ ਵਾਲੇ ਪਾਸੇ ਨੂੰ ਦੇ। ਠੀਕ ਹੈ, ਘਰ ਦੇ ਧੰਦੇ ਧੰਦਾਰੇ ਵੀ ਕਰੀ ਜਾ, ਪਰ ਬਿਲਕੁਲ ਉਹਨਾਂ ਦੇ ਵਿੱਚ ਹੀ ਖਚਤ ਨਾ ਹੋ ਜਾ, ਤੂੰ ਤੇ ਬਿਲਕੁਲ ਉਹਨਾਂ ਦੇ ਵਿੱਚ ਖਚਤ। ਮਹਾਂਪੁਰਸ਼ੋ ਮੇਰੇ ਨਾਲ ਪਿਆਰ ਹੀ ਬਹੁਤ ਕਰਦੇ ਤੇ ਉਹਨਾਂ ਵਾਸਤੇ ਕਹਿੰਦੇ ਮੈਂ ਕਰਦਾ। ਕਹਿੰਦੀ ਇਹ ਗੱਲ ਤੁਸੀਂ ਵੇਖਣੀ ਚਾਹੁੰਦੇ ਹੋ? ਕਹਿੰਦੀ ਮੈਂ ਜੀ ਪ੍ਰਤੱਖ ਤੁਹਾਨੂੰ ਦਿਖਾ ਦੇਵਾਂ ਕਿ ਇਹ ਜਿਤਨਾ ਵੀ ਜਗਤ ਹੈ ਇਹ ਸਾਰਾ ਝੂਠਾ ਹੈ, ਇਹ ਜਗਤ ਜਿਤਨਾ ਵੀ ਹੈ ਝੂਠਾ ਹੈ। ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਸਿਖਾ ਦਿੰਦਾ ਕਿ ਆਪਣੇ ਪ੍ਰਾਣਾਂ ਨੂੰ ਦਸਮ ਦੁਆਰ ਤੇ ਚੜਾ ਲਿਆ। ਕਹਿੰਦੀ ਪ੍ਰਾਣਾਂ ਨੂੰ ਦਸਮ ਦੁਆਰ ਤੇ ਚੜਾਉਣਾ ਸਿਖਾ ਦਿੱਤਾ ਮਹਾਂਪੁਰਸ਼ਾਂ ਨੇ। ਕਹਿੰਦੀ ਜਿਵੇਂ ਬਾਬਾ ਵਡਭਾਗ ਸਿੰਘ ਪਿਆਰੂ ਆਪਣੇ ਸਵਾਸਾਂ ਨੂੰ ਦਸਮ ਦੁਆਰ ਚੜਾ ਕੇ ਤੇ ਕਿਧਰੀ ਚਲੇ ਗਿਆ ਸੀ, ਮਗਰੋਂ ਉਹਦੀ ਚੇਲਿਆਂ ਨੇ, ਪਿਆਰੂ ਮਸੰਦਾਂ ਨੇ ਉਹਦੀ ਦੇਹ ਨੂੰ ਫੂਕ ਦਿੱਤਾ ਸੀ, ਸਾੜ ਦਿੱਤਾ ਸੀ। ਇਸੇ ਤਰ੍ਹਾਂ ਦਸਮ ਦੁਆਰ ਦੇ ਵਿੱਚ ਜਦੋਂ ਸਵਾਸ ਚੜ ਜਾਂਦੇ ਨੇ ਉਦੋਂ ਇਵੇਂ ਹੀ ਮਨੁੱਖ ਹੁੰਦਾ ਹੈ ਕਿ ਸਵਾਸ ਵੀ ਦਿਖਾਈ ਨਹੀਂ ਦਿੰਦੇ ਚੱਲਦੇ, ਤੇ ਇਵੇਂ ਲੱਗਦਾ ਹੈ ਕਿ ਮਨੁੱਖ ਪੂਰਾ ਹੋ ਗਿਆ, ਕਿਉਂਕਿ ਸਰੀਰ ਹੀ ਪਿਆ ਹੁੰਦਾ ਹੈ। ਜਦੋਂ ਨਬਜ ਨਹੀਂ ਚੱਲ ਰਹੀ ਤੇ ਹਰ ਇੱਕ ਕਹਿੰਦੇ ਇਹ ਤੇ ਮਰ ਗਿਆ, ਇਹ ਖਤਮ ਹੋ ਗਿਆ। ਦਸਮ ਦੁਆਰ ਦੇ ਵਿੱਚ ਸਵਾਸਾਂ ਨੂੰ ਅਟਕਾ ਲੈਂਦੇ ਨੇ। ਉਹ ਸਾਧੂ ਜਨ ਇਸੇ ਤਰ੍ਹਾਂ ਹੀ ਕਿਤਨਾ ਸਮਾਂ ਆਪਣੇ ਸਵਾਸਾਂ ਨੂੰ ਅਟਕਾ ਲੈਂਦੇ ਨੇ, ਅਟਕਾ ਕੇ ਆਪਣੀ ਉਮਰਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਵਧਾਉਂਦੇ ਨੇ ਪਿਆਰੇ, ਸਵਾਸਾਂ ਨੂੰ ਲੰਬੇ ਕਰਨ। ਮਹਾਂਪੁਰਸ਼ ਬੰਦਗੀ ਵਾਲੇ ਜਦੋਂ ਬਾਣੀ ਵੀ ਕਈ ਵਾਰੀ ਸਿਖਾਉਂਦੇ ਤੇ ਉਹ ਕਹਿੰਦੇ ਇੱਕ ਸਵਾਸ ਦੇ ਨਾਲ ਵੱਧ ਤੋਂ ਵੱਧ ਜਿਤਨਾ ਸਮਾਂ ਤੁਹਾਡੇ ਕੋਲ ਟਿਕਿਆ ਜਾਂਦਾ ਹੈ, ਕਿਉਂਕਿ ਸਵਾਸ ਗਿਣਤੀ ਦੇ ਨੈ ਵਢਨ ਘਟਨ ਤਿਲ ਸਾਧ। ਜਿਤਨਾ ਸਵਾਸਾਂ ਨੂੰ ਆਸਤਾ ਢੱਕ ਕੇ ਰੱਖੋਗੇ ਉਤਨੇ ਤੁਹਾਡੇ ਬਚਤ ਹੁੰਦੇ ਜਾਣਗੇ। ਇਹ ਆਪ ਤੁਸੀਂ ਕਰਕੇ ਵੀ, ਜੇ ਸਾਡੇ 2 ਸਵਾਸ ਚੱਲਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਸਵਾਸ ਅਸੀਂ ਕਰ ਸਕਦੇ ਹਾਂ ਆਸਤੇ ਸਵਾਸਾਂ ਨੂੰ ਰੋਕ ਕੇ, ਕਿਉਂਕਿ ਗਿਣਤੀ ਤੇ ਸਵਾਸਾਂ ਦੀ ਇਹ ਵੱਧਦੇ ਘਟਦੇ ਨੇ। ਇਸੇ ਤਰ੍ਹਾਂ ਸਾਧੂ ਜਨ ਬਹੁਤ ਲੰਬਾ ਸਮਾਂ ਪਿਆਰ ਕੋਈ ਹਜ਼ਾਰ ਸਾਲ ਤੱਕ ਜਿਉ ਲੈਂਦੇ ਸੀ। ਕਿਉਂ? ਸਵਾਸਾਂ ਨੂੰ ਦਸਮ ਦੁਆਰ ਤੇ ਚੜਾ ਰੱਖਣਾ, ਉਤਾਰਨਾ ਹੀ ਨਹੀਂ। ਕਿਧਰੇ ਇੱਕ ਅਧਰਾ ਦਿਨ ਉਤਾਰ ਲੈਣਾ, ਫਿਰ ਦਸਮ ਦੁਆਰ ਤੇ ਸਵਾਸਾਂ ਨੂੰ ਚੜਾ ਲੈਣਾ। ਹੁਣ ਕਹਿੰਦੇ ਤੂੰ ਇਸ ਤਰ੍ਹਾਂ ਕਰਨਾ, ਆਹ ਤੈਨੂੰ ਮੈਂ ਜੁਗਤੀ ਸਮਝਾ ਦਿੱਤੀ ਹੈ ਤੇ ਦਸਮ ਦੁਆਰ ਆਪਣੇ ਸਵਾਸਾਂ ਨੂੰ ਚੜਾ ਲੈਣਾ। ਕਹਿੰਦੇ ਇਸ ਟਾਈਮ ਦੇ ਉੱਤੇ ਮੈਂ ਵੀ ਤੇਰੇ ਘਰ ਦੇ ਵਿੱਚ ਆਵਾਂਗਾ, ਜਦੋਂ ਸਾਰੇ ਤੇਰੇ ਘਰ ਦੇ ਤੇਰੇ ਕੋਲ, ਤੇਰਾ ਮਾਂ ਪਿਓ ਤੇਰੇ ਕੋਲ ਹੋਵੇ, ਤੇਰੀ ਘਰ ਵਾਲੀ ਤੇਰੇ ਕੋਲ ਹੋਵੇ, ਤੇਰੇ ਧੀਆਂ ਪੁੱਤਰ ਤੇਰੇ ਕੋਲ ਹੋਣ, ਉਸ ਵੇਲੇ ਤੂੰ ਦਸਮ ਦੁਆਰ ਸਵਾਸਾਂ ਨੂੰ ਚੜਾ ਲੈਣਾ ਤੇ ਉਸ ਟਾਈਮ ਅਸੀਂ ਵੀ ਆ ਜਾਵਾਂਗੇ। ਉਸ ਨੇ ਪਿਆਰੂ ਉਸੇ ਤਰ੍ਹਾਂ ਹੀ ਕੀਤਾ। ਘਰ ਆ ਕੇ ਜਦੋਂ ਮਾਂ ਪਿਓ ਵੀ ਹਜ਼ੂਰੀ ਦੇ ਵਿੱਚ ਨੇ, ਸਾਰੇ ਇਕੱਠੇ ਨੇ ਤੇ ਸਵਾਸਾਂ ਨੂੰ ਦਸਮ ਦੁਆਰ ਚੜਾ ਲਿਆ ਤੇ ਸਾਰੇ ਰੋਣਾ ਧੋਣਾ ਸ਼ੁਰੂ ਹੋ ਗਿਆ। ਮਾਂ ਪਿਓ ਕਹਿੰਦੇ ਸਾਡਾ ਪੁੱਤਰ ਮਰ ਗਿਆ, ਘਰ ਵਾਲੀ ਕਹਿੰਦੀ ਮੇਰਾ ਪਤੀ ਮਰ ਗਿਆ, ਬੱਚੇ ਕਹਿੰਦੇ ਸਾਡਾ ਪਿਤਾ ਮਰ ਗਿਆ। ਉੱਚੀ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ, ਉੱਚੀ ਰੋਣ ਦੀਆਂ ਆਵਾਜ਼ਾਂ ਆ ਰਹੀਆਂ। ਦੱਸੇ ਹੋਏ ਸਮੇਂ ਅਨੁਸਾਰ ਪਿਆਰੇ ਸਾਧੂ ਵੀ ਆ ਗਿਆ ਤੇ ਸਾਧੂ ਆਏ ਤੇ ਆਖਣ ਲੱਗੇ ਕਿ ਤੁਸੀਂ ਰੋ ਰਹੇ ਹੋ, ਕੀ ਕਾਰਨ? ਕਹਿੰਦੇ ਤੁਹਾਡਾ ਸ਼ਿਸ਼, ਤੁਹਾਡਾ ਚੇਲਾ, ਸਾਡਾ ਪੁੱਤਰ ਚੜ੍ਹਾਈ ਕਰ ਗਿਆ, ਮਰ ਗਿਆ। ਕਹਿੰਦੇ ਇਹ ਠੀਕ ਹੋ ਸਕਦਾ ਹੈ? ਕਹਿੰਦੇ ਤੁਸੀਂ ਜੇ ਕਿਰਪਾ ਕਰ ਦਵੋ ਤੇ ਠੀਕ ਹੋ ਜਾਵੇ। ਕਹਿੰਦੇ ਠੀਕ ਹੋ ਜਾਵੇਗਾ, ਇੱਕ ਕੰਮ ਕਰੋ। ਕਹਿੰਦੇ ਇੱਕ ਜਲ ਦਾ ਪਿਆਲਾ ਲੈ ਕੇ ਆਓ, ਇੱਕ ਜਲ ਦਾ ਪਿਆਲਾ ਲੈ ਕਰਕੇ ਆਓ। ਕਹਿੰਦੇ ਜਲ ਦਾ ਜਿਸ ਵੇਲੇ ਪਿਆਲਾ ਲੈ ਕੇ ਆਏ, ਕਹਿੰਦੇ ਇਸ ਨੂੰ ਮੈਂ ਮੰਤਰ ਦੇਣਾ, ਇਹ ਜਿਹੜਾ ਵੀ ਪੀ ਲਵੇਗਾ ਉਹ ਮਰ ਜਾਵੇਗਾ, ਇਹ ਜਿੰਦਾ ਹੋ ਜਾਵੇਗਾ। ਮਾਂ ਪਿਓ ਨੂੰ ਪਹਿਲਾਂ ਪੁੱਛਿਆ, ਆਖਣ ਲੱਗੇ ਆ ਜਲ ਦਾ ਪਿਆਲਾ ਤੁਸੀਂ ਪੀ ਲਵੋ, ਤੁਸੀਂ ਮਰ ਜਾਵੋਗੇ। ਜਿਹੜਾ ਵੀ ਪੀਵੇਗਾ, ਮਾਂ ਨੇ ਪੀਤਾ ਮਾਂ ਮਰ ਜਾਵੇਗੀ, ਪਿਓ ਨੇ ਪੀਤਾ ਪਿਓ ਮਰ ਜਾਵੇਗਾ, ਪੁੱਤਰ ਤੁਹਾਡਾ ਜਿੰਦਾ ਹੋ ਜਾਵੇਗਾ। ਹੁਣ ਮਾਂ ਕਹਿੰਦੀ
जे मैं ही मर गई तो मैं की वेखना। प्यो ने भी इहो गल आखी, जे मैं इस दुनिया तो चल गया तो मैं की वेखांगा। घर वाली ने पुछया, घर वाली कहती मैं तो इसे करके आई हुई। जे माँ प्यो नहीं मनते, माँ नहीं इस गल वास्ते राजी, प्यो नहीं इस गल वास्ते राजी, मैं तो बगानी आई हुई हाँ, मैं तो इसे दे नाल मैनू वास्ता है, इसे दे नाल मैनू वास्ता। जे मैं ही मर गई तो मैं किहड़ा सुख वेखना, मैं किहड़ा सुख वेखना। बच्चियां ने भी इहो गल आखी, जिस वेले प्यारे सारियां ने ये गल आखी तो फिर कहंदी महापुरुषो तुसीं कोई किरपा करो, तुसीं कोई जुगत कढो जिस दे नाल साडा पुੱਤਰ जीवित हो जावे ते किसी नूं मरना भी ना पवे। कहंदे फिर जुगत एक है, जुगत इवे कहंदे ये जिहड़ा प्याला पानी दा मैं पी लेना, पानी दा प्याला मैं पी लेना। ते कहंदे सारे कहंदे हाँ बिल्कुल ठीक है, सारे खुश हो गए। कहंदे ये तुसीं प्याला पी लो, तुसीं प्याला पी लवो, साडा पुੱਤਰ जीवित हो जावे। कहंदे तुहाडा पुੱਤਰ जीवित हो जाएगा, ये प्याला मैं पी लूँ, फिर मैं मरांगा कोई नहीं। कहंदे मैं मरांगा कोई नहीं। कहंदे उसने पानी का जिस वेले प्याला पीता तो सवासां नूं उतारिया, अपने चेले के सवासां नूं उतार दिता। आखण लगी उठ के बह जा, उठ के बह जा, सवासां नूं उतारिया, उठ के बह जा। कहंदे सारा कुछ सुन लिया ना, कहंदे हुण कोई गुंजाइश तो नहीं रह गई। कहंदे महापुरुषो मैनूं हुण तसल्ली हो गई है कि जगत दे विच कोई भी किसी का मित्र नहीं है, जो कुछ भी है ये सारा कुछ झूठ है, सब कुछ जीवित को व्यवहार। मात पिता बनता सुत बंधप, आर सुन ग्रह की नार। तन ते प्राण होत जब न्यारे, घर ते देत निकार। आद घड़ी को ना रखे, अद्धी घड़ी भी कोई नहीं रखता, अद्धी घड़ी भी कोई नहीं रखता। कहंदे इसनों कढ़ दे अपने सुख स्यो हे जग पांदेओ, को काहू को नाही। कहंदे सारे जगत दे विच अपने सुखां दे नाल ही जुड़े होए ने। प्यारे जगत दे विच केवल ते केवल परमेश्वर ही है साडा। परमेश्वर ने साडा संगी साथी होना। धन गुरु नानक पातशाह बाला ते मरदाना जा रहे, बाला ते मरदाना नाल ने तुरे जा रहे ने प्यारिओ। ते चार पंज कहंदे लुटेरे उन्होंने घेर लिया, उन्होंने घेर लिया। उन्हों का काम ही इहो सी को जो कोई लंघदा राही उन्होंने घेर के जो कुछ होना उन्होंने कोलों खोह खिंच लैना, जो कुछ होना खोह खिंच लैना। भाई बाला ते मरदाना धन गुरु नानक पातशाह जी को उन्होंने डक लिया। कहते ठहर जाओ, तुसीं अगे किधरे नहीं जा सकते, जो कुछ तुहाडे कोल है सानूं दे दिओ, जो कुछ तुहाडे कोल है कहंदे सारा कुछ असीं दे देवांगे, कोई ना दे देने, नहीं तो तुहानूं असीं मार देवांगे। कहंदे मार ते तुसीं सानूं देना ही नहीं, मार ते तुसीं सानूं देना, खोह खिंच के भी सानूं तुसीं मार देना। एक काम करो, एक काम करो कि साडी क्रिया कर्म वास्ते कुछ कर लो। साडी रिवायत ये है कि साडा संस्कार किया जाए, साडा संस्कार किया जाए। पहला साडा जे तुसीं संस्कार का अरेंज कहंदे संस्कार का अरेंज इत्थों कित्ते असीं करिए। कहंदे लकड़ां असीं इकट्ठियां कर लैंदे आ। कहंदे आ वेखो लकड़ां लागे किनियां, जंगल है, लकड़ां बहुत ने ते अग तुसीं लैके आओ, अग तुसीं लैके आओ। कहंदे जे असीं अग लैण वास्ते गए तुसीं भज जाओगे, नेड़े तेड़े ते अग कोई नहीं, नेड़े तेड़े ते अग कोई नहीं। कहंदे तुसीं भज जाओ, कहंदे सानूं बेशक बन के चलिया जाओ, तुसीं चार पंज जाने हो, दो जाने चलिया जाओ अग लैण वास्ते, बाकी साडे लागे जे बनना सानूं बेशक बन लो। जांदे असीं किधरे नहीं, जांदे असीं किधरे नहीं, तुसीं अग लैके आओ। कहंदे अग कित्थों लैके आईए, अग दे पिंड तो जाके लैके आवांगे। कहंदे नहीं, आओ सामने कहंदे शिवा बल रहा, सामने कहंदे मड़ी बल रही है, उस दे विचों अग लै आओ तुसीं। कहंदे उस दे विचों अग लै आओ ते लकड़ां असीं इकट्ठियां कर लईआं, अंगीठे असीं बना लवांगे तीनों ही, ते उहदे विच असीं आप ही वड़ जावांगे। तुसीं अग लगा देनी, मार देना बेशक सानूं, मार के सानूं इस दे विच अगन भेंट कर देना, मारना ते तुसीं है ही। कहंदे जिस वेले वो जिहड़े लुटेरे सन दो जाने गए, वो की वेखदे ने सामने,
ਕੀ ਵੇਖਦੇ ਨੇ ਸਾਹਮਣੇ ਕਿ ਪਹਿਲਾਂ ਜਿਹੜੇ ਜੀਵ ਆਤਮਾ ਜਿਸ ਨੂੰ ਲਿਜਾਇਆ ਜਾ ਰਿਹਾ, ਬਹੁਤ ਕਹਿੰਦੇ ਮਾਰ ਪੈ ਰਹੀ ਉਸ ਨੂੰ, ਬਹੁਤ ਹਾਏ ਹਾਏ ਹੋ ਰਹੀ ਹੈ, ਉਹ ਉੱਚੀ ਉੱਚੀ ਪੁਕਾਰ ਰਿਹਾ ਹੈ ਕਿ ਮੈਨੂੰ ਧਰਮਰਾਜ ਦੇ ਦੂਤ ਮਾਰ ਰਹੇ ਨੇ, ਕਿਉਂਕਿ ਹਾਰ ਪਾਰਿਆ ਕਰ ਰਿਹਾ ਸੀ। ਇਤਨੇ ਨੂੰ ਵੇਖਦਿਆਂ ਕੀ ਵੇਖਦੇ ਨੇ, ਦੂਰੋਂ ਤੇ ਵੇਖਿਆ ਸੀ ਕਿ ਜਮਦੂਤ ਮਾਰ ਕੁੱਟ ਰਹੇ ਨੇ। ਫਿਰ ਕੀ ਲਾਗੇ ਗਏ ਤੇ ਉਸ ਵੇਲੇ ਜਿਸ ਤਰ੍ਹਾਂ ਦੇਵਤੇ ਵਿਵਾਨ ਲੈ ਕੇ ਆਉਂਦੇ ਨੇ ਨਾ, ਇਸ ਤਰ੍ਹਾਂ ਪਿਆਰਿਓ ਆਏ। ਹੁਣ ਵੇਖ ਕੇ ਉਹ ਠੱਗ ਜਿਹੜੇ ਸਨ, ਉਹ ਲਟੇਰੇ ਸਨ, ਹੈਰਾਨ ਹੋ ਕੇ ਆਖਣ ਲੱਗੇ ਕਿ ਪਹਿਲੇ ਤੇ ਅਸੀਂ ਵੇਖਿਆ ਆਹ ਜਿਹੜੀ ਜੀਵ ਆਤਮਾ, ਇਸ ਨੂੰ ਬੜੀ ਮਾਰ ਪੈ ਰਹੀ ਸੀ, ਦੂਤਾਂ ਨੇ ਇਸ ਨੂੰ ਫੜਿਆ ਹੋਇਆ ਸੀ, ਜਿਨ੍ਹਾਂ ਦੇ ਬੜੇ ਭਿਆਨਕ ਰੂਪ ਸਨ, ਪਰ ਹੁਣ ਤੁਸੀਂ ਕਿਧਰੋਂ ਆਏ? ਬੇਵਾਨ ਲੈ ਕਹਿੰਦੇ ਇਸ ਜੀਵ ਰੂਪ ਆਤਮਾ ਨੂੰ ਅਸੀਂ ਲੈਣ ਵਾਸਤੇ ਆਏ ਹਾਂ। ਪਰ ਪਹਿਲੇ ਦੀ ਕਹਿੰਦੇ ਇਸ ਨੂੰ ਮਾਰ ਬਹੁਤ ਪੈ ਰਹੀ ਸੀ। ਕਹਿੰਦੇ ਮਾਰ ਇਸ ਨੂੰ ਉਦੋਂ ਤੱਕ ਪੈ ਰਹੀ ਸੀ ਜਦੋਂ ਤੱਕ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਇਹਨਾਂ ਵੱਲ ਉਂਗਲ ਨਹੀਂ ਸੀ ਹੋਈ, ਇਸ਼ਾਰਾ ਨਹੀਂ ਸੀ ਹੋਇਆ। ਜਦੋਂ ਤੱਕ ਸਤਿਗੁਰਾਂ ਦਾ ਇਸ਼ਾਰਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਇਸ਼ਾਰਾ ਨਹੀਂ ਸੀ ਹੋਇਆ, ਉਦੋਂ ਤੱਕ ਇਸ ਨੂੰ ਮਾਰ ਪੈ ਰਹੀ ਸੀ। ਤੇ ਕਹਿੰਦੇ ਇਸ਼ਾਰਾ ਹੁੰਦਿਆਂ ਸਾਰੀ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਜਦੋਂ ਇਸ਼ਾਰਾ ਕੀਤਾ ਤੇ ਉੱਥੇ ਉਸੇ ਵੇਲੇ ਕਹਿੰਦੇ ਛੱਡ ਕੇ ਉਹ ਭੱਜ ਗਏ। ਦੂਤ ਸੁਣ ਕੇ ਜਮ ਕੇ ਦੂਤ ਨਾਇ ਤੇਰੇ ਛੱਡ ਜਾਏ ਨਾਰਾਇਣ ਰੂਪ। ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਸ਼ਾਰਾ ਕੀਤਾ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਿੱਥੇ? ਕਹਿੰਦੇ ਉਹ ਜਿਹਨਾਂ ਨੂੰ ਤੁਸੀਂ ਬੰਨਣ ਦਾ ਯਤਨ ਕਰ ਰਹੇ, ਜਿਨ੍ਹਾਂ ਨੂੰ ਤੁਸੀਂ ਮਾਰਨ ਵਾਸਤੇ ਕਹਿੰਦੇ ਇਹ ਸਾਰੀ ਅੱਗ ਲੈਣ ਵਾਸਤੇ ਆਏ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਆਏ ਹਨ ਜਗਤ ਦਾ ਉਧਾਰ ਕਰਨ ਵਾਸਤੇ। ਕਹਿੰਦੇ ਉਹ ਜਿਹਨਾਂ ਨੂੰ ਤੁਸੀਂ ਮਾਰਨ ਵਾਸਤੇ ਆਏ ਹੋ, ਉਹ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ ਆਏ ਨੇ। ਅਸੀਂ ਰੋਜ਼ਾਨਾ ਹੀ ਅਰਦਾਸ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਪਰੇ ਤਿਤੇ ਲਿਹੁ ਉਭਾਰ। ਸਤਿਗੁਰ ਸੁਖ ਵੀ ਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਝਈ ਹਰਿ ਗੁਣ ਬਖਸ਼ਣ ਹਾਰ। ਪਿਆਰਿਓ ਉਸੇ ਵੇਲੇ ਜਿਹੜੇ ਲੁਟੇਰੇ ਸਨ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਕੋਲ ਆਏ ਤੇ ਆ ਕੇ ਚਰਨਾਂ ਤੇ ਢਹਿ ਪਏ। ਮਹਾਰਾਜ ਸਾਨੂੰ ਬਖਸ਼ ਦਿਓ, ਅਸੀਂ ਬੜੇ ਪਾਪ ਕਰਮ ਕੀਤੇ ਨੇ, ਤੁਹਾਡੀ ਤੇ ਦ੍ਰਿਸ਼ਟੀ ਦੇ ਵਿੱਚ, ਤੁਹਾਡੇ ਤੇ ਵੇਖਣ ਦੇ ਵਿੱਚ ਹੀ ਪਾਪ ਕੱਟੇ ਜਾਂਦੇ ਨੇ। ਜਿਹੜਾ ਵੀ ਤੁਹਾਡੇ ਦਰਸ਼ਨ ਕਰ ਲੈਂਦਾ ਹੈ ਉਹਨਾਂ ਦੇ ਪਾਪ ਕੱਟੇ ਜਾਂਦੇ ਨੇ। ਅਸੀਂ ਵੀ ਐਸਾ ਕਰਮ ਅਗਾਂਹ ਤੋਂ ਨਾ ਕਰੀਏ, ਸਾਡੇ ਤੇ ਬਖਸ਼ਿਸ਼ ਕਰੋ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਪਿਆਰਿਓ ਆਹ ਜਿਹੜਾ ਤੁਸੀਂ ਧੰਦਾ ਕਰਨਾ ਸ਼ੁਰੂ ਕੀਤਾ ਹੋਇਆ, ਆਹ ਜੋ ਕੁਝ ਤੁਸੀਂ ਕਰ ਰਹੇ ਹੋ, ਜੀਵਾਂ ਨੂੰ ਮਾਰਨਾ ਤੇ ਲੁੱਟਣਾ, ਕਹਿੰਦੇ ਇਹ ਕੰਮ ਛੱਡ ਦਿਓ, ਇਹ ਕੰਮ ਛੱਡ ਦਿਓ ਤੇ ਆਪਣੇ ਭਲੇ ਵਾਸਤੇ ਵਾਹਿਗੁਰੂ ਕਰੋ, ਪਰਮੇਸ਼ਰ ਦੇ ਲੜ ਲੱਗ ਜਾਓ। ਕਿਉਂਕਿ ਸਮਾਂ ਬਹੁਤ ਥੋੜਾ ਹੈ ਕਲਯੁਗ ਦੇ ਵਿੱਚ, ਸਮਾਂ ਇਤਨਾ ਲੰਬੇਰਾ ਨਹੀਂ ਕਿਸੇ ਦੇ ਕੋਲ ਵੀ। ਪਤਾ ਨਹੀਂ ਕਦੋਂ ਮੌਤ ਨੇ ਆ ਜਾਣਾ, ਪਤਾ ਨਹੀਂ ਕਿਉਂ ਕਾਲ ਵਿਆਲ ਜਿਉਂ ਭਰਿਓ ਡੋਲੇ, ਮੁਖ ਪਸਾਰੈ ਮੀਤ ਆਜ ਕਾਲ ਫੁਨ ਤੋਹੀ ਗ੍ਰਸ ਹੈ। ਸਮਝ ਰੱਖੋ ਚੀਤ, ਕਹਿੰਦੀ ਕਾਲ ਨੇ ਤੇ ਮੂੰਹ ਅਡਿਆ ਹੋਇਆ, ਪਤਾ ਨਹੀਂ ਕਿਸ ਵੇਲੇ ਝਪਟ ਆ ਕੇ ਮਾਰ ਲੈਣੀ ਹੈ। ਤੇ ਇਹ ਪਰਮੇਸ਼ਰ ਦਾ ਨਾਮ ਜੇ ਜਪਿਆ ਹੋਵੇਗਾ ਤੇ ਤੇਰਾ ਪਰਲੋਕ ਸੌਖਾ ਹੋ ਜਾਵੇਗਾ। ਸਤਿਗੁਰਾਂ ਦੀ ਮੁਬਾਰਕ ਵਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਈਹਾ ਖਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੀ। ਕਹਿੰਦੇ ਜੇ ਤੂੰ ਪਰਲੋਕ ਦੇ ਸੁਖ ਲੈਣੇ ਚਾਹੁੰਦਾ ਤੇ ਇਸ ਜਗਤ ਜਲੰਦੇ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪ। ਪਿਆਰਿਓ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿਵੇਂ ਬਾਲਮੀਕ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਬਾਲਮੀਕ ਜਿਸ ਨੂੰ ਬਟਵਾਰਾ ਕਹਿੰਦੇ, ਬਾਲਮੀਕ ਛੋਟੀ ਉਮਰ ਤੋਂ ਹੀ ਪਿਤਾ ਪੁਰਖੀ ਪਿਆਰਿਓ ਇਹਨਾਂ ਦਾ ਕੰਮ ਸੀ ਲੱਠ ਮਾਰਨੀ ਤੇ ਜੋ ਕੁਝ ਹੋਣਾ ਖੋਹ ਲੈਣਾ, ਜੋ ਕੁਝ ਹੋਣਾ ਖੋਹ ਲੈਣਾ। ਰੋਜ਼ਾਨਾ ਜਾਂਦੇ ਨੇ ਜੰਗਲ ਦੇ ਵਿੱਚ, ਉਸ ਰਸਤੇ ਦੇ ਉੱਤੇ ਲੱਠ ਲੈ ਕੇ ਖੜ ਜਾਣਾ। ਜਦੋਂ ਕਿਸੇ ਨੇ ਲੰਘਣਾ ਉਸ ਦੇ ਸਿਰ ਦੇ ਵਿੱਚ ਲੱਠ ਮਾਰਨੀ ਤੇ ਜੋ ਕੁਝ ਹੋਣਾ ਖੋਹ ਲੈਣਾ, ਖੋਹ ਖਿੱਚ ਲੈਣਾ, ਜੋ ਕੁਝ ਵੀ ਹੋਣਾ। ਇੱਕ ਦਿਨ ਐਸਾ ਹੋਇਆ ਪਿਆਰਿਓ, ਇੱਕ ਦਿਨ ਐਸਾ ਹੋਇਆ, ਲੱਠ ਮਾਰੀ ਕਿਸੇ ਪ੍ਰਾਣੀ ਦੇ ਤੇ ਜੇਬ ਚੋਂ ਕੇਵਲ 2 ਪੈਸੇ ਨਿਕਲੇ। ਜੇਬ ਦੇ ਵਿੱਚੋਂ ਕੇਵਲ 2 ਪੈਸੇ। ਉਹ ਕਹਿੰਦੀ ਮਨਾ
2 ਪੈਸਿਆਂ ਵਾਸਤੇ ਤੂੰ ਜਿੰਦ ਲੈ ਲਈ। ਜਿੰਦ ਏਡੀ ਕੀਮਤੀ, ਇਹ ਮਨੁੱਖਾ ਜਨਮ ਬੜਾ ਕੀਮਤੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ। ਮਾਇਆ ਦੇ ਮੋਹ ਵਿੱਚ ਫਸ ਕੇ ਕਹਿੰਦੀ ਤੂੰ ਆਪਣਾ ਜਨਮ ਅਜ਼ਾਈ ਕਰ ਰਿਹਾ। ਮਾਇਆ ਦੇ ਮੋਹ ਵਿੱਚ ਫਸ ਕੇ ਆਪਣਾ ਜਨਮ ਅਜ਼ਾਈ ਕਰ ਰਿਹਾ। ਆ 2 ਪੈਸਿਆਂ ਵਾਸਤੇ ਏਡੀ ਕੀਮਤੀ ਜਿੰਦ ਲੈ ਲਈ, ਕਿਸੇ ਨੂੰ ਮਾਰ ਦਿੱਤਾ। ਜਿਸ ਵੇਲੇ ਕਹਿੰਦੇ ਘਰ ਦੇ ਵਿੱਚ ਆਇਆ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਆ ਲੈ ਮਾਂ 2 ਪੈਸੇ, ਅੱਜ ਤੋਂ ਬਾਅਦ ਇਹ ਕੰਮ ਮੈਂ ਨਹੀਂ ਕਰਾਂਗਾ, ਆਹ ਕੰਮ ਮੈਂ ਨਹੀਂ ਕਰਨਾ ਕਿ ਕਿਸੇ ਦੀ ਜਿੰਦ ਲੈ ਕੇ ਕੇਵਲ 2 ਪੈਸੇ। ਆਹ 2 ਪੈਸਿਆਂ ਵਾਸਤੇ ਕਿਸੇ ਜੀਵ ਦੀ ਮੈਂ ਹੱਤਿਆ ਕੀਤੀ, ਕਿਸੇ ਜੀਵ ਨੂੰ ਮਾਰਿਆ, ਇਹ ਕਰਮ ਮੇਰੇ ਕੋਲ ਨਹੀਂ ਹੋਵੇਗਾ। ਅੱਜ ਤੋਂ ਬਾਅਦ ਇਹ ਕਰਮ ਮੈਂ ਨਹੀਂ ਕਰਨਾ। ਤੇ ਪਿਆਰੀ ਮਾਂ ਨਹੀਂ ਪਤਾ ਉਹ 2 ਪੈਸੇ ਲਏ, 2 ਪੈਸੇ ਲਏ ਤੇ ਮੱਛੀਆਂ ਦਾ ਪੂੰਗ ਲੈਂਦਾ। ਨਿੱਕੀਆਂ ਨਿੱਕੀਆਂ ਮੱਛੀਆਂ ਜਿਹੜੀਆਂ ਹੁੰਦੀਆਂ, ਛੋਟੀਆਂ ਛੋਟੀਆਂ ਮੱਛੀਆਂ ਫੜ ਕੇ, ਉਹ ਕਿਤਨੀਆਂ ਹੀ ਸਨ 2 ਪੈਸਿਆਂ ਦੀਆਂ, ਤੁਲਾ ਕੇ ਲੈ ਆਉਂਦੀਆਂ ਤੇ ਆਖਣ ਲੱਗੀ ਬੇਟਾ ਇੱਧਰ ਵੇਖ, ਇੱਧਰ ਵੇਖ। ਤੂੰ ਕਹਿੰਦਾ 1 ਜਾਨ ਲਈ, 1 ਜਾਨ ਲਈ 2 ਪੈਸਿਆਂ ਵਾਸਤੇ। ਆ ਵੇਖ ਮਛਿਆਰੀ ਵੱਲ, ਆ ਵੇਖ ਮਛਿਆਰੀ ਵੱਲ, ਕਿਤਨਾ ਨਿੱਕੀਆਂ ਨਿੱਕੀਆਂ ਮੱਛੀਆਂ ਦਾ ਪੂੰਗ ਸੀ। ਇਹ ਕਿਤਨੀਆਂ ਮੱਛੀਆਂ ਸਨ, ਇਹ ਸਾਰੀਆਂ ਮਰ ਗਈਆਂ। ਕੇਵਲ 2 ਪੈਸੇ ਦੇ ਵਿੱਚ ਮੈਂ ਖਰੀਦ ਕੇ ਲੈ ਕੇ ਆਈ ਹਾਂ। ਤੇ ਤੂੰ ਆਪਣਾ ਧੰਦਾ ਕਰ, ਤੂੰ ਆਪਣਾ ਧੰਦਾ ਕਰੀ ਜਾ, ਐਵੇਂ ਨਾ ਕਹਿੰਦੇ ਇਸ ਪਾਸੇ ਤੂੰ ਸੋਚ। ਕਹਿੰਦੀ ਇਹ ਜਗਤ ਦੇ ਵਿੱਚ ਇਸੇ ਤਰ੍ਹਾਂ ਹੀ, ਇਹ ਜਗਤ ਦੇ ਵਿੱਚ ਇਸੇ ਤਰ੍ਹਾਂ ਹੀ ਚੱਲ ਰਿਹਾ। ਤੂੰ ਆਪਣਾ ਕੰਮ ਕਰੀ ਜਾ, ਲੱਠ ਲੈ ਕੇ ਆਪਣਾ ਕੰਮ ਕਰ। ਕਹਿੰਦੀ ਪਿਆਰਿਓ, ਇਸੇ ਤਰ੍ਹਾਂ ਹੀ ਜਦੋਂ ਪਰਮੇਸ਼ਰ ਨੇ ਆਪਣੇ ਵਾਲੇ ਪਾਸੇ ਲਾਉਣਾ ਹੋਵੇ ਤੇ ਕੋਈ ਨਾ ਕੋਈ ਮੇਰਾ ਮਾਲਕ ਜੁਗਤ ਬਣਾ ਦਿੰਦਾ ਹੈ, ਵਾਹਿਗੁਰੂ ਜੁਗਤ ਬਣਾ ਦਿੰਦਾ ਕੋਈ ਨਾ ਕੋਈ। ਔਰ ਰਜਨੀਸ਼ ਜੀ ਇਹ ਗੱਲ ਕਹਿੰਦੇ ਸਨ, ਉਹਨਾਂ ਨੇ ਇਹ ਦੱਸਿਆ ਕਿ ਨਾਰਦ ਮੁਨੀ ਜੀ ਆਏ, ਨਾਰਦ ਮੁਨੀ ਜੀ ਆਏ। ਇੱਕ ਪਿਆਰੀ ਜਿਹੜੀ ਲਿਖਦੇ ਨੇ ਸਾਖੀ ਨੂੰ, ਉਹ ਕਹਿੰਦੇ ਸਾਧੂ ਜਨ ਆਏ। ਜਿਸ ਵੇਲੇ ਸਾਧੂ ਜਨ ਆਏ ਜਾਂ ਨਾਰਦ ਮੁਨੀ ਲਾਲੂ ਪਿਆਰੇ, ਉਹਨਾਂ ਨੇ ਵੇਖਿਆ ਤੇ ਆ ਕੇ ਵਾਲਮੀਕ ਨੂੰ ਪੁੱਛਿਆ, ਇਹ ਕਿਹਦੇ ਵਾਸਤੇ ਤੂੰ ਕਰ ਰਿਹਾ? ਆਹ ਪਾਪ ਕਰਮ ਜਿਹੜੇ ਨੇ ਕਿਹਨਾਂ ਵਾਸਤੇ ਤੂੰ ਕਰ ਰਿਹਾ? ਕਹਿੰਦੇ ਆਪਣੇ ਪਰਿਵਾਰ ਵਾਸਤੇ, ਆਪਣੇ ਪਰਿਵਾਰ ਵਾਸਤੇ ਇਹ ਮੈਂ ਕਰ ਰਿਹਾ। ਕਹਿੰਦੇ ਜਿਹੜਾ ਪਰਿਵਾਰ ਵਾਸਤੇ ਤੂੰ ਕਰ ਰਿਹਾ, ਪਹਿਲਾਂ ਉਹਨਾਂ ਨੂੰ ਪੁੱਛ ਕੇ ਤੇ ਆ। ਜਿੱਥੇ ਲੇਖਾ ਜੋਖਾ ਹੋਣਾ ਉੱਥੇ ਤੇਰਾ ਸਾਥ ਦੇਣਗੇ। ਵੈਦੂ ਨਾ ਭਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ, ਕੀਤਾ ਜਿਸ